श्री नानक अंगद गुरु अमरदास पद बंद। रामदास अर्जन गुरु बर श्री हरगोबिंद। हरि राय हर कृष्ण गुर तेग बहादुर चंद। दसवें गोबिंद सिंह गुरु नमो चरण अरविंद। जिसमें है अमृत ज्ञान है माणिक भगत वैराग। श्री गुरु ग्रंथ साहिब उदद बंदों कर अनुराग। एकंकारा सतगुरु तिह प्रसाद सच होए। वाहिगुरु जी की फतेह। बिघ्न विनाशन सोए। वाहिगुरु जी की फतेह। बिघ्न विनाशन सोए। सतनाम श्री वाहिगुरु साहिब जी। इत लश्कर पातशाह के आए परे समुदाय। थालनी मोज फूल पर डेरे दिए लगाए। इत लश्कर पातशाह के आए परे समुदाय। वाहिगुरु जी का खालसा वाहिगुरु जी की फतेह। जुगो जुग अटल शब्दावतार वालिए दो जहां मुजस्मे आबे हयात। समुची दुनियाई दे सांझे रहबर धन धन सतगुरु गुरु ग्रंथ साहिब सच्चे पातशाह जी दी पावन अते पवित्र हजूरी अंदर जुड़ बैठी समूह गुरु नानक नाम लेवा साध संगत। दयालु सतगुरां ने अपने सारियां ते तरस कीता। तरस करके संध्या वेले सतसंग करन दा सुभाग बख्शिया। आओ सतगुरु महाराज जी दीयां बख्शिश कीतियां इन्हां अमोलक घड़ियां नूं गुर इतिहास की चल रही लड़ीवार कथा विचार सरवण करके सफलियां करिए। विचार की आरंभता तो पहला वो रसना नूं पवित्र करिए। मन अते बिरतियां नूं एकागर करके प्रेम अदायब दे समेत जपना करो। आखो जी सतनाम श्री वाहिगुरु साहिब जी। सतनाम श्री वाहिगुरु साहिब जी दोहरा। इत लश्कर पातशाह के आए परे समुदाय। थालनी मोज फूल पर डेरे दिए लगाए। सत्कार योग साध संगत, कल दे दीवान अंतर आपां पावन प्रसंग सरवण कीता। नौवें सतगुरु गुरु तेग बहादुर साहब सच्चे पातशाह महाराज राजे राम सिंह नूं नाल लै करके ब्रह्मपुत्रा नदी के किनारे के उपर सतगुरां ने पुज जाना कीता। जिथे मान सिंह राजा मारिया गया सी। सतगुरु महाराज साहब सच्चे पातशाह रंगा माटी नगर पुज गए।
ਬ੍ਰਹਮਪੁੱਤਰਾ ਨਦੀ ਦੇ ਪਰਲੇ ਕਿਨਾਰੇ ਰੰਗਾ ਮਾਟੀ ਨਗਰ, ਜੋ ਕਾਮਰੂ ਦੇ ਰਾਜੇ ਦੀ ਰਾਜਧਾਨੀ ਆ, ਜਿੱਥੇ ਉਹ ਰਾਜਾ ਰਹਿੰਦਾ। ਤੇ ਬ੍ਰਹਮਪੁੱਤਰਾ ਨਦੀ ਦੇ ਉਰਲੇ ਪਾਰ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉੱਚੇ ਜਿਹੇ ਟਿਕਾਣੇ ਦੇ ਉੱਪਰ ਗੁਰਸਿੱਖਾਂ ਨੂੰ ਹੁਕਮ ਕਰਕੇ ਇੱਕ ਉੱਚਾ ਦਮਦਮਾ ਬਣਵਾਇਆ। ਗੁਰੂ ਕਿਆਂ ਸਿੱਖਾਂ ਕਹਿੰਦੇ ਸਤਿਗੁਰੂ ਮਹਾਰਾਜ ਜੀ ਦੇ ਵਾਸਤੇ ਸੋਹਣਾ ਦਮਦਮਾ ਬਣਾਉਣਾ ਕੀਤਾ, ਵੱਡਾ ਥੜਾ ਬਣਾਉਣਾ ਕੀਤਾ। ਫਿਰ ਉਹਨੂੰ ਬੰਗਲੇ ਦੀ ਨਿਆਈ ਬਣਾਇਆ। ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੌਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਸ ਬੰਗਲੇ ਦੇ ਵਿੱਚ ਸ਼ੋਭਨੀਕ ਹੋ ਕਰਕੇ ਬੈਠ ਗਏ। ਸਤਿਗੁਰੂ ਮਹਾਰਾਜ ਜੀ ਨੇ ਉਸ ਬੰਗਲੇ ਦੇ ਵਿੱਚ ਬੈਠਿਆਂ ਬ੍ਰਹਮਪੁੱਤਰਾ ਨਦੀ ਦਾ ਕਿਨਾਰਾ ਦੂਰ ਦੂਰ ਤੱਕ ਨਜ਼ਰ ਪੈਂਦਾ। ਜੋ ਰਾਜਾ ਰਾਮ ਸਿੰਘ ਆ, ਉਹਦੀ ਸਾਰੀ ਜਿਹੜੀ ਫੌਜ ਆ, ਉਹਨੇ ਹੇਠਾਂ ਆਪਣੇ ਤੰਬੂ ਕਨਾਤਾਂ ਲਾਏ ਹੋਏ ਆ। ਬਹੁਤੀਆਂ ਕਤਾਰਾਂ ਦੇ ਵਿੱਚ ਕਹਿੰਦੇ ਤੋਪਾਂ ਜਮੂਰੇ ਖੜੇ ਕੀਤੇ ਆ। ਬਹੁਤੀਆਂ ਕਤਾਰਾਂ ਦੇ ਵਿੱਚ ਘੋੜੇ ਖਲੋਤੇ ਆ। ਇਸ ਪ੍ਰਕਾਰ ਫਿਰ ਕਹਿੰਦੇ ਜਦੋਂ ਰਾਮ ਸਿੰਘ ਦੇ ਜਿਹੜੇ ਤੋਪਚੀ ਸੀ ਨਾ, ਉਹਨਾਂ ਨੇ ਤੋਪਾਂ ਚਲਾਈਆਂ। ਤੋਪਾਂ ਦੇ ਵਿੱਚੋਂ ਕੁਝ ਕੁ ਸਲਖਾਂ ਕੱਢੀਆਂ ਤੇ ਜਦੋਂ ਤੋਪਾਂ ਦੇ ਚੱਲਣ ਦੀ ਕਹਿੰਦੇ ਭਾਰੀ ਗਰਜਣਾ ਹੋਈ ਨਾ, ਫਿਰ ਉਧਰ ਬ੍ਰਹਮਪੁੱਤਰਾ ਨਦੀ ਦੇ ਪਰਲੇ ਪਾਰ ਗੰਗਾ ਮਾਟੀ ਨਗਰ ਦੇ ਵਿੱਚ ਕਹਿੰਦੇ ਆਵਾਜ਼ ਸੁਣੀ। ਕਾਮਰੂ ਦੇ ਰਾਜੇ ਨੂੰ ਸੁਣਿਆ ਵੀ ਫੇਰ ਦਿੱਲੀ ਤੋਂ ਕੋਈ ਚੜ੍ਹਾਈ ਕਰਕੇ ਆਇਆ। ਫਿਰ ਕਾਮਰੂ ਦਾ ਜਿਹੜਾ ਰਾਜਾ ਵੀ ਉਹ ਆਪਣੀਆਂ ਫੌਜਾਂ ਦੇ ਸਮੇਤ ਉਹਨੇ ਨਦੀ ਦੇ ਦੂਸਰੇ ਪਾਰ ਆਪਣੀਆਂ ਫੌਜਾਂ ਨੂੰ ਉਤਾਰ ਲੈਣਾ ਕੀਤਾ। ਕਾਮਰੂ ਦਾ ਰਾਜਾ ਪੂਰੇ ਹਥਿਆਰਾਂ ਦੇ ਸਮੇਤ ਬਲ ਸਮੇਤ ਹੋ ਕਰਕੇ ਉਹ ਵੀ ਆ ਕਰਕੇ ਕਹਿੰਦੇ ਵੀ ਨਦੀ ਦੇ ਉਸ ਪਾਰ ਬੈਠ ਗਿਆ। ਫਿਰ ਪਰਲੇ ਪਾਰ ਤੋਂ ਜਿਹੜਾ ਕਾਮਰੂ ਦਾ ਰਾਜਾ ਕਹਿੰਦੇ ਵੀ ਉਹਨੇ ਵੀ ਤੋਪਾਂ ਚਲਵਾਈਆਂ। ਫਿਰ ਇੱਧਰ ਖਬਰ ਪੁੱਜ ਗਈ ਵੀ ਕਾਮਰੂ ਦਾ ਰਾਜਾ ਆ ਗਿਆ ਮੁਕਾਬਲਾ ਕਰਨ ਵਾਸਤੇ। ਇਸ ਪ੍ਰਕਾਰ ਜਦੋਂ ਦੋਨੇ ਪਾਸੇ ਕਹਿੰਦੇ ਫੌਜਾਂ ਆ ਕਰਕੇ ਬੈਠ ਗਈਆਂ। ਦੋਨੇ ਪਾਸੇ ਫੌਜਾਂ ਨੇ, ਇੱਕ ਨਦੀ ਦੇ ਇਸ ਪਾਰ ਬੈਠੀ ਹੈ, ਇੱਕ ਉਸ ਪਾਰ ਬੈਠੀ ਹੈ। ਦੋਨੇ ਪਾਸੇ ਫੌਜਾਂ ਨੇ ਡੇਰੇ ਲਾ ਲੈਣੇ ਕੀਤੇ। ਇਤ ਲਸ਼ਕਰ ਪਾਤਸ਼ਾਹ ਕੇ ਆਏ ਪਰੇ ਸਮੁਦਾਇ, ਇਤ ਲਸ਼ਕਰ ਪਾਤਸ਼ਾਹ ਕੇ ਆਏ ਪਰੇ ਸਮੁਦਾਇ। ਇੱਧਰ ਕਹਿੰਦੇ ਵੀ ਨਦੀ ਦੇ ਇਸ ਪਾਰ ਔਰੰਗਜ਼ੇਬ ਬਾਦਸ਼ਾਹ ਦੀ ਬਹੁਤੀ ਫੌਜ ਆਈ ਆ ਰਾਜੇ ਰਾਮ ਸਿੰਘ ਦੇ ਨਾਲ। ਹਾਂਜੀ, ਥਲਨੀ ਮੋਜ ਹੈ ਪੂਲ ਪਰ ਡੇਰੇ ਦੀਏ ਲਗਾਏ। ਬ੍ਰਹਮਪੁੱਤਰਾ ਨਦੀ ਦੇ ਕਿਨਾਰੇ ਤੇ ਨੀਵੇਂ ਜਿਹੇ ਸਥਾਨ ਤੇ ਕਹਿੰਦੇ ਫੌਜ ਨੇ ਡੇਰਾ ਕੀਤਾ ਹੋਇਆ। ਕਈ ਇੱਕ ਦੋ ਦਿਨ ਜਬ ਬੀਤ ਗਏ ਹੈ, ਮਹਾਮੰਤਰ ਕੋ ਕਰਤ ਪਏ ਹੈ। ਜਦੋਂ ਇਸ ਪ੍ਰਕਾਰ ਦੋਨੇ ਪਾਸੇ ਫੌਜਾਂ ਨੂੰ ਕਿਨਾਰਿਆਂ ਤੇ ਬੈਠੀਆਂ ਨੂੰ ਇੱਕ ਦੋ ਦਿਨ ਬਸਰ ਹੋ ਗਏ ਨਾ, ਉਦੋਂ ਫਿਰ ਕਹਿੰਦੇ ਵੀ ਉਧਰੋਂ ਜੋ ਕਾਮਰੂ ਦਾ ਰਾਜਾ ਉਹਨੇ ਆਪਣੇ ਸੁਭਾਅ ਦੇ ਅਨੁਕੂਲ ਉਹਨੇ ਹਥਿਆਰਾਂ ਦੀ ਲੜਾਈ ਦੀ ਕੋਈ ਚੁਣੌਤੀ ਨਹੀਂ ਦਿੱਤੀ। ਜੰਤਰਾਂ ਮੰਤਰਾਂ ਇਤਿਆਦ ਜਿਹੜੀ ਵਿਦਿਆ ਉਹਦਾ ਗਿਆਨ ਰੱਖਦਾ ਸੀ ਬਹੁਤਾ। ਉਹਨੇ ਕਹਿੰਦੇ ਮੰਤਰਾਂ ਇਤਿਆਦ ਦਾ ਜੋ ਜਾਪ ਕਰਵਾਇਆ। ਆਜ ਰਾਤ ਕੋ ਨਦ ਉਲਟਾਓ,
ਸਭ ਲਸ਼ਕਰ ਕੇ ਉਪਰ ਪਾਵਹੁ। ਸੋ ਕਹਿੰਦੇ ਵੀ ਉਹਨਾਂ ਦਾ ਇਹ ਕਾਮਰੂ ਦੇ ਰਾਜੇ ਨੇ ਆਖਿਆ ਹੋਇਆ ਕਿ ਮੈਂ ਆਪਣੀ ਮੰਤਰ ਸ਼ਕਤੀ ਦੇ ਦੁਆਰਾ ਅੱਜ ਰਾਤ ਨੂੰ ਜਿਹੜੀ ਨਦੀ ਆ ਨਾ ਉਹਦੇ ਵਿੱਚ ਉਛਾਲਾਂ ਦੇ ਆਵਾਂਗਾ। ਨਦੀ ਦਾ ਪਾਣੀ ਬਹੁਤਾ ਉਛਲਣ ਲੱਗ ਜਾਵੇਗਾ, ਬਹੁਤਾ ਚੜ੍ਹ ਜਾਵੇਗਾ, ਨਦੀ ਦੇ ਪਾਣੀ ਦਾ ਵਹਾਅ ਤੇਜ਼ ਹੋ ਜਾਵੇਗਾ। ਸਭ ਕੋ ਹੱਥ ਹੋਏ ਜਾਏ ਸੁਖਾਰੀ। ਇਸ ਪ੍ਰਕਾਰ ਕਹਿੰਦਾ ਵੀ ਇਹ ਜਿੰਨੀ ਫੌਜ ਹੈ ਨਾ, ਇਹ ਸਾਰੇ ਕਹਿੰਦਾ ਜਿਹੜਾ ਲਸ਼ਕਰ ਹੈ, ਇਹ ਔਰੰਗੇ ਦੀ ਜਿੰਨੀ ਫੌਜ ਆ ਰਾਜੇ ਰਾਮ ਸਿੰਘ ਨਾਲ ਚੜ੍ਹ ਕਰਕੇ ਆਈ ਆ, ਸਾਰੀ ਜਲ ਦੇ ਵਿੱਚ ਵਹਿ ਜਾਵੇਗੀ। ਤੇ ਇਸ ਪ੍ਰਕਾਰ ਸਾਰੀ ਫੌਜ ਸੁਖਾਲੇ ਸਰਲਤਾ ਨਾਲ ਮਰ ਜਾਵੇਗੀ। ਮਰ ਡੂਬ ਕਰ ਨੀਰ ਮਜਾਰੇ, ਬਹੁ ਮਰ ਜਾਵੇ ਰਹੇ ਕੁਛ ਥੋਰੇ। ਵੀ ਇਸ ਪ੍ਰਕਾਰ ਇਹਨਾਂ ਦੀ ਜਿਹੜੀ ਬਹੁਤੀ ਫੌਜ ਆ ਨਾ, ਉਹ ਜਲ ਦੇ ਵਿੱਚ ਡੁੱਬ ਕਰਕੇ ਮਰ ਜਾਵੇਗੀ। ਤੇ ਬਹੁਤੇ ਮਰ ਜਾਣਗੇ, ਮਾਤਰ ਥੋੜੇ ਜੇ ਬਚ ਜਾਣਗੇ। ਜਲ ਉਰ ਤਰ ਪਾਕੇ ਕਰ ਓਰੇ, ਇਹ ਮਸਲਤ ਜਬ ਇਨ ਮਹਿ ਕੀਨਸ। ਸੋ ਇਸ ਪ੍ਰਕਾਰ ਡਰ ਔਰ ਧਰ ਭਾਗਹਿ ਕਰ ਓਰੇ। ਕਾਮਰੂ ਦਾ ਰਾਜਾ ਆਖਦਾ ਹੈ ਵੀ ਇਹ ਜਿਹੜੇ ਇਹ ਮੁਗਲ ਸਿਪਾਹੀ ਆ ਕੇ ਬੈਠੇ ਆ ਨਾ, ਉਸ ਪਰ ਜਦੋਂ ਇਹਨਾਂ ਦੇ ਵਿੱਚੋਂ ਅੱਧ ਤੋਂ ਜ਼ਿਆਦਾ ਜਲ ਦੇ ਵਿੱਚ ਵਹਿ ਗਏ, ਜਿਹੜੇ ਬਚਣਗੇ ਉਹ ਹਿਰਦੇ 'ਚ ਡਰ ਧਾਰ ਕਰਕੇ ਭੱਜ ਜਾਣਗੇ। ਇਹ ਮਸਲਤ ਜਬ ਦਿਨ ਮਹਿ ਕੀਨਸ। ਇਸ ਪ੍ਰਕਾਰ ਜੀ ਕਾਮਰੂ ਦੇ ਰਾਜੇ ਨੇ ਦਿਨ ਵੇਲੇ ਆਪਣੇ ਮੰਤਰੀਆਂ ਦੇ ਨਾਲ ਇਹ ਮਸਲਤ ਸਲਾਹ ਕਰਨੀ ਕੀਤੀ। ਗੁਰ ਅੰਤਰਜਾਮੀ ਸਭ ਚੀਨਸ। ਅੰਤਰਜਾਮੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਉਹਨਾਂ ਕਾਮਰੂ ਦੇ ਰਾਜੇ ਦੇ ਮਨ ਦੀ ਜਿਹੜੀ ਬਾਤ ਉਹਨੂੰ ਜਾਣ ਲੈਣਾ ਕੀਤਾ। ਹਰਿਓ ਵਿਚਾਰਨ ਇਨ ਹੋਏ ਮਰਨਾ। ਸਤਿਗੁਰੂ ਮਹਾਰਾਜ ਜੀ ਨੇ ਵਿਚਾਰਨਾ ਕੀਤਾ, ਜੋ ਕਾਮਰੂ ਦੇ ਰਾਜੇ ਨੇ ਜੁਗਤ ਵਿਚਾਰੀ ਹੈ ਨਾ, ਜੇ ਉਹ ਸਫਲੀ ਹੋ ਗਈ ਤੇ ਰਾਜਾ ਰਾਮ ਸਿੰਘ ਮਰ ਜਾਵੇਗਾ। ਰਾਮ ਸਿੰਘ ਆਇਓ ਮਮ ਸ਼ਰਨਾ। ਤੇ ਜੇ ਰਾਜਾ ਰਾਮ ਸਿੰਘ ਸਾਡੀ ਸ਼ਰਨ ਦੇ ਵਿੱਚ ਚੱਲ ਕਰਕੇ ਆਇਆ, ਲਾਹੇ ਗਏ ਕੀ ਹਮ ਕੋ ਲਾਜ। ਗੁਰਦੇਵ ਮਹਾਰਾਜ ਕਹਿੰਦੇ ਵੀ ਸਾਨੂੰ ਰਾਮ ਸਿੰਘ ਦੀ ਬਾਂਹ ਪਕੜੀ ਦੀ ਲਾਜ ਹੈ, ਅਸੀਂ ਰਾਮ ਸਿੰਘ ਦੀ ਬਾਂਹ ਪਕੜੀ ਆ, ਇਹ ਸਾਡੇ ਆਸਰੇ ਤੇ ਇੱਥੋਂ ਤੱਕ ਚੱਲ ਕੇ ਆਇਆ, ਹੁਣ ਸਾਨੂੰ ਇਹਦੀ ਕਹਿੰਦੇ ਬਾਂਹ ਪਕੜੀ ਦੀ ਲਾਜ ਸ਼ਰਮ ਹੈ। ਹਮਰੇ ਜੋਰ ਕਰਿਓ ਜਿਹ ਕਾਜ। ਗੁਰਦੇਵ ਜੀ ਨੇ ਉਸ ਸਮੇਂ ਵਿਚਾਰਨਾ ਕੀਤਾ ਵੀ ਇਹ ਸਾਡੇ ਬਲ ਕਰਕੇ ਇਹ ਆਪਣਾ ਜੋ ਇਹ ਕਾਰਜ ਕਰਨਾ ਚਾਹੁੰਦਾ, ਜੀ ਨਾ ਕਰੇ ਇਸ ਛਿਨ ਰਖਵਾਰੀ। ਇਹ ਰਾਜ ਜਿੱਤਣ ਰੂਪੀ ਜਿਹੜਾ ਕਾਰਜ ਇਹਨੂੰ ਕਰਨਾ ਚਾਹੁੰਦਾ। ਤੇ ਗੁਰਦੇਵ ਜੀ ਨੇ ਵਿਚਾਰਿਆ ਜੇ ਇਸ ਸਮੇਂ ਇਸ ਰਾਜੇ ਰਾਮ ਸਿੰਘ ਦੀ ਰੱਖਿਆ ਨਾ ਕੀਤੀ, ਮਹਿ ਉਬਰਾ ਮਿਰਤ ਹੋਏ ਕਹਾਰੀ। ਗੁਰਦੇਵ ਜੀ ਕਹਿੰਦੇ ਵੀ ਇਹਦਾ ਬਚਾਅ ਨਹੀਂ ਹੋਣਾ, ਇਹ ਜੰਗ ਵੀ ਹਾਰ ਜਾਵੇਗਾ ਤੇ ਜੀਵਨ ਵੀ ਹਾਰ ਜਾਵੇਗਾ, ਇਹਦੀ ਮੌਤ ਹੋ ਜਾਵੇਗੀ। ਸਿੱਖਨ ਪਦ ਸਰ ਬਿਰਦ ਸੰਭਾਰਾ, ਨਿਕਟ ਆਪਣੋ ਦਾਸ ਹਕਾਰਾ। ਸੋ ਗੁਰਦੇਵ ਮਹਾਰਾਜ ਜੀ ਦਾ ਇਹ ਕਹਿੰਦੇ ਵੀ ਬਿਰਦ ਹੈ ਵੀ ਆਪਣੇ ਜਿੰਨੇ ਵੀ ਪਿਆਰੇ ਸੇਵਕ ਹੈ, ਸਿੱਖ ਹੈ, ਉਹਨਾਂ ਸਾਰਿਆਂ ਦੀ ਰੱਖਿਆ ਕਰਨੀ ਮਹਾਰਾਜ ਜੀ ਦਾ ਇਹ ਬਿਰਦ ਹੈ। ਸੋ ਉਸ ਸਮੇਂ ਮਹਾਰਾਜ ਜੀ ਨੇ ਆਪਣੇ ਫਿਰ ਇਸ ਬਿਰਦ ਦੇ ਤਾਈਂ ਸੰਭਾਲਣਾ ਕੀਤਾ, ਇੱਕ ਸੇਵਕ ਨੂੰ ਪਾਸ ਸੱਦਿਆ। ਕਹਿਓ ਕਿ ਰਾਮ ਸਿੰਘ ਕਹਿ ਜਾਵੋ, ਸੇਵਕ ਤਾਈਂ ਆਖਣਾ ਕੀਤਾ ਵੀ ਭਾਈ ਰਾਮ ਸਿੰਘ ਪਾਸ ਜਾਣਾ ਕਰ, ਹਰੇ ਬਾਖੇ ਬਾਤ ਸੁਣਾਵੋ। ਸਾਡੇ ਆਖੇ ਬਚਨ ਜਾ ਕਰਕੇ ਰਾਜੇ ਰਾਮ ਸਿੰਘ ਨੂੰ ਸੁਣਾਉਣੇ ਕਰ। ਨੀਚੇ ਥਲ ਡੇਰਾ ਉਠਾਵੋ। ਵੀ ਆਪਣਾ ਜਿਹੜਾ ਫੌਜ ਦਾ ਡੇਰਾ ਹੈ ਉਹਨੂੰ ਨੀਵੀਂ ਥਾਂ ਤੋਂ ਚੁੱਕ ਲੈਣਾ ਕਰਨਾ। ਢੇਰ ਢੇਰ ਉੱਚੇ ਥਲ ਪਾਵੋ। ਵੀ ਜਿੱਥੇ ਵੀ ਕੋਈ ਉੱਚੀ ਜਗ੍ਹਾ ਦਿਸਦੀ ਹੈ ਨਾ, ਉਸ ਉੱਚੀ ਥਾਂ ਤੇ ਆਪਣੀ ਫੌਜ ਦਾ ਡੇਰਾ ਕਰਨਾ ਦਿਵਸ ਜਾਮੇ ਕਬ ਹੈ ਰਹਿਓ। ਵੀ ਗੁਰਦੇਵ ਜੀ ਨੇ ਉਸ ਸਮੇਂ ਕਥਨ ਕੀਤਾ ਵੀ ਹਜੇ ਇੱਕ ਪਹਿਰ ਦਿਨ ਰਹਿ ਰਿਹਾ ਹੈ। ਦੂਰਨ ਕਰੋ ਹਮਾਰੋ ਕਹਿਓ। ਵੀ ਜਦੋਂ ਦਿਨ ਛਪ ਜਾਵੇਗਾ ਨਾ, ਰਾਤ ਹੋ ਗਈ, ਫਿਰ ਜਿਹੜਾ ਉਧਰ ਕਾਮਰੂ ਦਾ ਰਾਜਾ ਉਹਨੇ ਆਪਦਾ ਕੰਮ ਕਰਨਾ। ਸੋ ਹਜੇ ਇੱਕ ਪਹਿਰ ਦਿਨ ਰਹਿੰਦਾ, ਇੱਕ ਪਹਿਰ ਦਾ ਸਮਾਂ ਹੈ। ਸਥਾਨ ਨਾ ਡੇਰਾ ਕਰੀਏ। ਵੀ ਛੇਤੀ ਕਰਨੀ ਕਰੋ, ਸਮਾਂ ਥੋੜਾ ਹੈ, ਨੀਵੇਂ ਥਾਂ ਦੇ ਉੱਪਰ ਫੌਜ ਦਾ ਡੇਰਾ ਨਾ ਰੱਖਣਾ ਕਰੋ। ਕਰ ਸਗਰੀ ਚਮੰਗ ਉਠਿਆ ਹੈ। ਤੇ ਇਸ ਪ੍ਰਕਾਰ ਕਹਿੰਦੇ ਮਹਾਰਾਜ ਜੀ ਨੇ ਸੇਵਕ ਨੂੰ ਆਖਣਾ ਕੀਤਾ ਵੀ ਜਾ ਕੇ ਖਬਰ ਦੇਣੀ ਕਰ ਰਾਜੇ ਰਾਮ ਸਿੰਘ ਤਾਈਂ
ਵੀ ਸਾਰੀ ਫੌਜ ਨੂੰ, ਫੌਜ ਦਾ ਡੇਰਾ ਨਾ ਉਹਨੂੰ ਨੀਵੇਂ ਥਾਂ ਤੋਂ ਚੁੱਕ ਲੈਣਾ ਕਰਨ। ਜੀ ਕਰ ਨਿਜ ਮੈਂ ਬਸੋ ਤਹਾਹੀ, ਜੇ ਰਾਤਰੀ ਦੇ ਸਮੇਂ ਨੀਵੀਂ ਸਥਲੀ ਬਸਣਾ ਕੀਤਾ, ਆਸ ਨਾ ਹੋਏ ਡੂਬ ਹੋ ਜਲ ਮਾਹੀ। ਵੀ ਕਿਤੇ ਇਹ ਨਾ ਹੋ ਜਾਵੇ ਵੀ ਰਾਜੇ ਰਾਮ ਸਿੰਘ ਦੇ ਸਮੇਤ ਸਾਰੀ ਫੌਜ ਜਲ ਦੇ ਵਿੱਚ ਡੁੱਬ ਜਾਵੇ। ਸੇਵਕ ਰਾਮ ਸਿੰਘ ਕਹਿ ਗਇਓ, ਤੇ ਫਿਰ ਉਸ ਸਮੇਂ ਗੁਰੂ ਕਾ ਸੇਵਾਦਾਰ ਕਹਿੰਦੇ ਰਾਜਾ ਰਾਮ ਸਿੰਘ ਪਾਸ ਚੱਲ ਕਰਕੇ ਗਿਆ। ਗੁਰ ਕੋ ਬਾਤ ਸਕਲ ਕਹਿ ਦਿਓ, ਸਤਿਗੁਰੂ ਮਹਾਰਾਜ ਜੀ ਦੇ ਜਿਹੜੇ ਬਚਨ ਆ ਜਾ ਕਰਕੇ ਸੇਵਾਦਾਰ ਨੇ ਰਾਜੇ ਦੇ ਤਾਈਂ ਆਖ ਦੇਣੇ ਕੀਤੇ। ਜਿਸ ਮੇਂ ਸੁਣ ਨਰ ਬਹੁਤ ਪਠਾਈ। ਸੋ ਉਸ ਸਮੇਂ ਕਹਿੰਦੇ ਰਾਜਾ ਰਾਮ ਸਿੰਘ ਇਹ ਗੱਲ ਸੁਣ ਕਰਕੇ ਭਾਈ ਕਹਿੰਦੇ ਬਿਸਮਿਓਂ ਬਹੁਤਾ ਹੈਰਾਨ ਹੋਇਆ। ਉਹਨੇ ਆਪਣੇ ਸਾਰੇ ਜਿੰਨੇ ਨਰ ਲੋਕ ਸੀ ਉਹਦੇ ਪਾਸ ਸਾਰਿਆਂ ਦੇ ਤਾਈਂ ਪਠਾਏ ਕਹਿੰਦੇ ਲਾ ਦੇਣਾ ਕੀਤਾ। ਸਭ ਉਮਰਾਵਨ ਕੋ ਸਮਝਾਈ, ਸਾਰੇ ਉਮਰਾਵਾਂ ਤਾਈਂ ਸਮਝਾਵਣਾ ਕੀਤਾ। ਗੁਰ ਕੋ ਬਾਗ ਉਠਾਵੋ ਡੇਰਾ, ਵੀ ਸਤਿਗੁਰੂ ਮਹਾਰਾਜ ਜੀ ਦਾ ਬਚਨ ਹੈ ਇੱਥੋਂ ਡੇਰੇ ਨੂੰ ਉਠਾਉਣਾ ਕਰੋ। ਜਾਏ ਕਰੋ ਉੱਚੇ ਥਲ ਹੀਰੇ, ਵੀ ਉੱਚੀ ਜਗ੍ਹਾ ਦੇਖ ਕਰਕੇ ਕੋਈ ਉੱਚੀ ਜਗ੍ਹਾ ਦੇ ਉੱਪਰ ਡੇਰਾ ਲਾਉਣਾ ਕਰੋ। ਨਹੀਂ ਤਾਂ ਐਸੀ ਹੋਏ ਨਾ ਜਾਏ। ਵੀ ਨਹੀਂ ਤੇ ਕਿਤੇ ਇਹ ਨਾ ਹੋ ਜਾਵੇ ਜਲ ਨਦ ਕੋ ਦਲ ਦੇ ਪਹਾਈ, ਵੀ ਨਦੀ ਦਾ ਜਿਹੜਾ ਜਲ ਹੈ ਨਾ ਇਹ ਆਪਣੇ ਜਿਹੜਾ ਦਲ ਹੈ ਫੌਜ ਹੈ ਇਹਨੂੰ ਬਹਾ ਦੇਣਾ ਕਰੇ। ਦੁਨ ਸੁਣ ਕੇ ਸ਼ਰਧਾ ਤਾਰੀ, ਸੋ ਉਸ ਸਮੇਂ ਕਹਿੰਦੇ ਵੀ ਜੋ ਰਾਜੇ ਰਾਮ ਸਿੰਘ ਦੀ ਫੌਜ ਸੀ ਨਾ, ਜਿੰਨੇ ਰਾਜਪੂਤ ਰਾਜੇ ਫੌਜੀ ਸੀ ਉਮਰਾਵ ਸੀ, ਉਹਨਾਂ ਸਾਰਿਆਂ ਕਹਿੰਦੇ ਵੀ ਰਾਜੇ ਰਾਮ ਸਿੰਘ ਦੀ ਇਹ ਗੱਲ ਮੰਨਣੀ ਕੀਤੀ। ਸਤ ਸਿੰਘ ਉੱਚੀ ਠੌਰ ਨਿਹਾਰੀ, ਸੋ ਉਸੇ ਸਮੇਂ ਉੱਚੀ ਜਗ੍ਹਾ ਦੇਖ ਕਰਕੇ ਪੂਰਨ ਸਿਵਰ ਕਰਿਓ ਤਬ ਜਾਈ। ਉੱਚੀ ਥਾਂ ਤੇ ਜਾ ਕਰਕੇ ਭਾਈ ਆਪਣਾ ਸਿਵਰ ਕਰਨਾ ਕੀਤਾ, ਤੰਬੂ ਕਨਾਤਾਂ ਲਾਉਣੇ ਕੀਤੇ। ਅਲਪ ਵੱਡੀ ਸਭ ਵਸਤ ਉਠਾਈ, ਛੋਟੀਆਂ ਵੱਡੀਆਂ ਸਾਰੀਆਂ ਵਸਤੂਆਂ ਚੁੱਕਣੀਆਂ ਕੀਤੀਆਂ। ਸੁਨਿਓ ਤੁਰਕ ਗਨ ਮੂਡ ਮਹਾਨੇ, ਤੇ ਉਧਰ ਜਿਹੜੇ ਤੁਰਕ ਸੀ ਕਹਿੰਦੇ ਮਤ ਕਰਕੇ ਬਹੁਤੇ ਮੂਰਖ ਸੀ, ਅਗਿਆਨੀ। ਗੁਰ ਕੀ ਬਾਗ ਨਾ ਸਾਚੇ ਮਾਨੇ, ਉਹਨਾਂ ਸਤਿਗੁਰੂ ਮਹਾਰਾਜ ਜੀ ਦੇ ਵਚਨਾਂ ਤੇ ਭਰੋਸਾ ਨਾ ਧਾਰਿਆ। ਕਿਆ ਕਾਚੀ ਹਿੰਦਨ ਮਤ ਹੈ। ਉਹ ਆਖਦੇ ਸਨ ਤੁਰਕ ਵੀ ਇਹ ਜਿਹੜੇ ਹਿੰਦੂ ਹੈ ਇਹ ਤੇ ਮਤ ਕਰਕੇ ਕੱਚੇ ਐ। ਬਹਿਕਤ ਸਭ ਜੈਸੇ ਇੱਕ ਕਹੈ, ਵੀ ਇਹ ਤੇ ਜਿਵੇਂ ਕੋਈ ਇੱਕ ਗੱਲ ਆਖ ਦਿੰਦਾ ਨਾ ਫਿਰ ਇੱਕ ਜਾਣਾ ਇੱਕ ਦੂਜੇ ਦੀ ਗੱਲ ਸੁਣ ਕਰਕੇ ਨਾ ਫਿਰ ਬਹਿਕਾਵੇ ਜੇ ਚ ਆ ਜਾਂਦੇ ਆ, ਸਾਰੀ ਇੱਕ ਦੂਜੇ ਦੀ ਬਾਤ ਸੁਣ ਕਰਕੇ। ਦੋਏ ਦਿਵਸ ਕੇ ਉਤਰੇ ਹਾਂ, ਵੀ ਇੱਥੇ ਆਇਆਂ ਨੂੰ ਪੂਰੇ 2 ਦਿਨ ਹੋ ਗਏ। ਕਹੋ ਨੁਕਸਾਨ ਭਇਓ ਕਿਸ ਕਹਾਂ, ਵੀ ਹੁਣ ਤੱਕ ਤੇ ਕੋਈ ਨੁਕਸਾਨ ਨਹੀਂ ਹੋਇਆ ਇੱਥੇ ਆ ਕਰਕੇ। ਕੋ ਗੁਰ ਆਪਣੋ ਠਹਿਰਾਇਓ, ਕਿਸਨੇ ਬਹੁ ਰਾਜਾ ਬਹਿਕਾਇਓ। ਵੀ ਇੱਕ ਕਹਿੰਦੇ ਵੀ ਇਹਨਾਂ ਨੇ ਆਪਣਾ ਇਹ ਗੁਰੂ ਨਾਲ ਲੈ ਕੇ ਆਂਦਾ ਹੈ ਤੇ ਗੁਰੂ ਨੇ ਰਾਜੇ ਨੂੰ ਬਹੁਤਾ ਬਹਿਕਾਵੇ ਜੇ ਚ ਰੱਖਿਆ ਹੋਇਆ, ਭੁਲੇਖੇ ਜੇ ਚ ਪਾ ਰੱਖਿਆ। ਹਮਤੇ ਜਾਏ ਉਠਾਏ ਨਾ ਡੇਰਾ, ਉਦੋਂ ਇਹ ਤੁਰਕ ਆਖਦੇ ਕਹਿੰਦੇ ਵੀ ਸਾਥੋਂ ਡੇਰਾ ਨਹੀਂ ਉਠਾਇਆ ਜਾਂਦਾ। ਕਰਿਓ ਪ੍ਰਥਮਨੀ ਕੋ ਥਲ ਹੀਰਾ, ਵੀ ਅਸੀਂ ਤੇ ਸੁੰਦਰ ਜਗ੍ਹਾ ਦੇਖ ਕੇ ਸੋਹਣਾ ਟਿਕਾਣਾ ਦੇਖ ਕੇ ਇੱਥੇ ਡੇਰਾ ਕੀਤਾ ਹੋਇਆ ਨਦੀ ਕਿਨਾਰੇ। ਆਦਿਕ ਬਹੁ ਬਾਤ ਸੁਣਾਵੇ, ਆਏ ਕਹਿੰਦੇ ਵੀ ਤੁਰਕ ਜੀ ਆਪਸ ਦੇ ਵਿੱਚ ਗੱਲਾਂ ਕਰਦੇ ਹਨ ਤਰਕਤ ਮੂਰਖ ਕਹਿ ਮੁਸਕਾਵੇ, ਤੇ ਮੂਰਖ ਸਤਿਗੁਰੂ ਮਹਾਰਾਜ ਜੀ ਦੇ ਬਚਨਾਂ ਨੂੰ ਤਰਕ ਕਰਦੇ ਆ, ਕੱਟਦੇ ਆ ਤੇ ਫਿਰ ਨਾਲ ਮੁਸਕਰਾਉਂਦੇ ਆ, ਹੱਸਦੇ ਆ। ਹਿੰਦੂ ਨ੍ਰਿਪ ਜੇ ਚਮੁਕ ਸਮਤ, ਗੁਰ ਬਚ ਪਰ ਨਿਸ਼ਚੈ ਲਗ ਭੇਦ। ਸੋ ਉਸ ਸਮੇਂ ਜਿਹੜਾ ਰਾਜਾ ਇਹ ਰਾਮ ਸਿੰਘ ਹੈ ਨਾ ਇਹ ਕਹਿੰਦੇ ਵੀ ਇਹਦੀ ਸਤਿਗੁਰੂ ਮਹਾਰਾਜ ਜੀ ਤੇ ਸ਼ਰਧਾ ਹੈ ਤੇ ਇਹਨੇ ਸਾਰੀ ਫੌਜ ਦੇ ਸਮੇਤ ਆਪਣਾ ਜਿਹੜਾ ਡੇਰਾ ਉਹਨੂੰ ਚੁੱਕ ਲੈਣਾ ਕੀਤਾ। ਸਭ ਹਿਨ ਡੇਰੇ ਦੂਰ ਉਠਾਏ, ਸਾਰੇ ਡੇਰੇ ਨੂੰ ਚੁੱਕ ਕਰਕੇ ਦੂਰ ਲੈ ਜਾਣਾ ਕੀਤਾ। ਉੱਚੀ ਠੋਰ ਹੇਰ ਕਰ ਛਾਏ, ਉੱਚੀ ਜਗ੍ਹਾ ਦੇਖ ਕਰਕੇ ਨਾ ਉਹਦੇ ਉੱਪਰ ਫਿਰ ਕਹਿੰਦੇ ਡੇਰਾ ਕਰਨਾ ਕੀਤਾ। ਜਿਸ ਦਿਸ ਸਤਿਗੁਰੂ ਤਹਾਂ ਕਰੇ ਹੈ, ਨਿਜ ਸੁਖ ਹਿਤ ਉਰ ਭਾਉ ਤਰੇ ਹੈ। ਵੀ ਜਿਸ ਦਿਸ਼ਾ 'ਚ ਸਤਿਗੁਰੂ ਮਹਾਰਾਜ ਜੀ ਨੇ ਉੱਚੀ ਥਾਂ ਤੇ ਦਮਦਮਾ ਬਣਵਾਇਆ ਹੋਇਆ ਨਾ ਇਹ ਰਾਜਾ ਰਾਮ ਸਿੰਘ ਆਪਣੀ ਫੌਜ ਦਾ ਡੇਰਾ ਉੱਥੇ ਚੁੱਕ ਕਰਕੇ ਲੈ ਗਿਆ। ਸੂਰਜ ਅਸਤ ਭਇਓ ਅੰਧਕਾਰਾ, ਸੋ ਇਸ ਪ੍ਰਕਾਰ ਦੀ ਵੀ ਨਿਜ ਸੁਖ ਹਿਤ ਔਰ ਭਾਉ ਧਰੇ ਹੈ, ਆਪਣੇ ਸੁਖ ਵਾਸਤੇ ਰੱਖਿਆ ਵਾਸਤੇ ਰਾਜਾ ਰਾਮ ਸਿੰਘ ਸਤਿਗੁਰਾਂ ਦੇ ਪ੍ਰਤੀ ਹਿਰਦੇ ਦੇ ਵਿੱਚ ਬਹੁਤਾ ਭਾਉ ਪ੍ਰੇਮ ਰੱਖਦਾ, ਸ਼ਰਧਾ ਰੱਖਦਾ। ਸੂਰਜ ਅਸਤ ਭਇਓ ਅੰਧਕਾਰਾ, ਸੋ ਉਸ ਸਮੇਂ ਜੀ ਕਹਿੰਦੇ ਫਿਰ ਜੋ ਇੱਕ ਪਹਿਰ ਦਾ ਸਮਾਂ ਸੀ ਬਸਰ ਹੋ ਗਿਆ
ਇਹਨੇ ਨੂੰ ਸੂਰਜ ਵੀ ਅਸਤ ਹੋ ਗਿਆ, ਅੰਧਕਾਰ ਫੈਲ ਗਿਆ, ਹਨੇਰਾ ਹੋ ਗਿਆ ਚਾਰੇ ਪਾਸੇ। ਨਿਸ਼ਾ ਬਹੁ ਬਿਨਾ ਸੰਭਾਰਾ ਦੇਸ਼ ਕਾਮਰੂ ਕੇ ਨਰ ਆਏ। ਸੋ ਫਿਰ ਕਹਿੰਦੇ ਤੁਰਕ ਨਿਸ਼ਾ ਮਹੁ ਬਿਨਾ ਸੰਭਾਰਾ, ਜਿਹੜੇ ਤੁਰਕ ਸੀ ਜਿਨ੍ਹਾਂ ਸਤਿਗੁਰਾਂ ਦੇ ਬਚਨਾਂ ਤੇ ਨਹੀਂ ਭਰੋਸਾ ਧਾਰਨਾ ਕੀਤਾ ਨਾ, ਉਹ ਸਾਰੇ ਕਹਿੰਦੇ ਬਿਨਾਂ ਕਿਸੇ ਸੁਰੱਖਿਆ ਤੋਂ, ਬਿਨਾਂ ਸਾਂਭ ਸੰਭਾਲ ਤੋਂ ਉਵੇਂ ਨੀਵੇਂ ਥਾਂ ਤੇ ਨਦੀ ਕਿਨਾਰੇ ਬੈਠੇ ਹਨ। ਦੇਸ਼ ਕਾਮਰੂ ਕੇ ਨਰ ਆਏ। ਉਧਰੋਂ ਜੀ ਕਾਮਰੂ ਦੇਸ਼ ਦੇ ਜਿਹੜੇ ਰਾਜੇ ਦੇ ਲੋਕ ਸੀ ਚੱਲ ਕਰਕੇ ਆ ਗਏ ਨਦੀ ਕਿਨਾਰੇ। ਮੰਤਰ ਸਾਧ ਕੇ ਸਭ ਵਿਦ ਲਿਆਏ। ਉਹਨਾਂ ਨੇ ਆਪਣੀ ਜੋ ਮੰਤਰ ਸਾਧਨਾ ਕਰਦੇ ਸੀ, ਤੰਤਰ ਜੰਤਰ ਦੀ ਕਿਰਿਆ ਕਰਨੀ ਕੀਤੀ ਸਾਰੀ। ਹਰਿਓ ਉਚਾਰਨ ਕੋ ਜਿਸ ਕਾਲਾ। ਸੋ ਉਹਨਾਂ ਨੇ ਆਪਣਾ ਮੰਤਰ ਕਹਿੰਦੇ ਜਿਸ ਸਮੇਂ ਪੜ੍ਹਨਾ ਕੀਤਾ, ਢੋਲ ਘਟਮਰ ਬਜਾਏ ਵਿਸਾਲਾ। ਉਹਨਾਂ ਨੇ ਉਹ ਜਿਵੇਂ ਆਪਦੀ ਉਹਨਾਂ ਦੀ ਮਰਿਆਦਾ ਸੀ, ਫਿਰ ਬਹੁਤੇ ਕਹਿੰਦੇ ਢੋਲ ਡਮਰੂ ਵਜਾਉਣੇ ਕੀਤੇ। ਬਲੀ ਦਈ ਅਤੇ ਅਟਕ ਪ੍ਰਵਾਹੁ। ਸੋ ਉਸ ਸਮੇਂ ਕਹਿੰਦੇ ਵੀ ਉਹਨਾਂ ਨੇ ਫਿਰ ਜਿਵੇਂ ਪਹਿਲਾਂ ਕਰਦੇ ਸੀ ਵੀ ਉਹ ਪਸ਼ੂਆਂ ਦੀ ਬਲੀ ਦਿੰਦੇ ਸੀ, ਫਿਰ ਉਹਨਾਂ ਬਲੀ ਇਤਿਆਦ ਦੇਣੀ ਕੀਤੀ, ਜੋ ਵੀ ਉਹ ਕਰਮਕਾਂਡ ਕਰਦੇ ਸੀ ਆ ਕਰਕੇ ਕਰਨੇ ਕੀਤੇ। ਉਛਲ ਬਹਿਓ ਲਸ਼ਕਰ ਕੇ ਮਾਹੂ। ਉਦੋਂ ਜਲ ਦਾ ਕਹਿੰਦੇ ਰੁਕਿਆ ਹੋਇਆ ਪ੍ਰਵਾਹ ਬਹੁਤੀ ਉਛਾਲ ਦੇ ਵਿੱਚ ਆ ਗਿਆ, ਸੁਨਾਮੀ ਨੇ ਆਈ। ਉਲਟਿਓ ਜਲ ਕੋ ਵੇਗ ਵਿਸਾਲਾ। ਸੋ ਉਸ ਸਮੇਂ ਜੀ ਜਲ ਦਾ ਵੇਗ ਕਹਿੰਦੇ ਬਹੁਤਾ ਤੇਜ਼ ਹੋ ਗਿਆ, ਉੱਚੀਆਂ ਛੱਲਾਂ ਵੱਜਣ ਲੱਗੀਆਂ। ਮਹੇ ਤੁਰਕ ਜੁਦ ਅਯੁੱਧ ਜਾਲਾ। ਸੋ ਉਸ ਸਮੇਂ ਕਹਿੰਦੇ ਜਦੋਂ ਨਦੀ ਦਾ ਪ੍ਰਵਾਹ ਬਹੁਤਾ ਤੇਜ਼ ਹੋ ਗਿਆ, ਫਿਰ ਨਦੀ ਦਾ ਪ੍ਰਵਾਹ ਇੱਕ ਵਾਰ ਇੰਨਾ ਤੇਜ਼ ਹੋਇਆ ਵੀ ਕਹਿੰਦੇ ਸਾਰੇ ਤੁਰਕ ਆਪਣੀਆਂ ਵਸਤੂਆਂ ਦੇ ਸਮੇਤ ਕਹਿੰਦੇ ਸਾਰੀ ਉਸ ਵਹਾਅ ਦੇ ਵਿੱਚ ਵਹਿ ਗਏ। ਜਿਕ ਤੁਰਤ ਡੂਬ ਮਰ ਗਏ। ਤੇ ਕੁਝ ਕੁ ਤਾਂ ਕਹਿੰਦੇ ਉਸੇ ਸਮੇਂ ਡੁੱਬ ਕਰਕੇ ਮਰ ਗਏ, ਨਰ ਪਰ ਉੱਚੇ ਥਏ। ਤੇ ਕੁਝ ਕੁ ਕਹਿੰਦੇ ਤਰ ਕੇ ਕਿਨਾਰੇ ਜੇ ਤੇ ਜਾ ਲੱਗੇ। ਪ੍ਰਾਣ ਸਮਗਰੀ ਅਦਕ ਬਹਾਈ। ਸੋ ਜੀ ਉਹਨਾਂ ਦੀ ਕਹਿੰਦੇ ਜਿੰਨੀ ਜੰਗ ਦੀ ਜਿਹੜੀ ਸਮੱਗਰੀ ਸੀ ਨਾ, ਉਹ ਵੀ ਬਹੁਤੀ ਵਹਿ ਗਈ ਜਲ ਦੇ ਵਿੱਚ। ਰੂਰਾ ਪਰਿਓ ਬੋਲ ਸਮਦਾਈ। ਜੀ ਉਸ ਸਮੇਂ ਬਹੁਤਾ ਰੌਲਾ ਪਿਆ, ਕਹਿੰਦੇ ਉੱਥੇ ਉਹ ਭਰਾਤਾ ਕੋ ਭਰਾਤ ਬੁਲਾਵੇ। ਕੋਈ ਭਾਈ ਨੂੰ ਭਾਈ ਆਵਾਜ਼ ਮਾਰਦਾ। ਉਹ ਕਿਤੇ ਥਰਿਓ ਬਹੇ ਕੋ ਜਾਵੇ। ਹਾਂਜੀ, ਕੋਈ ਕਹਿੰਦੇ ਵੀ ਉਸੇ ਜਲ ਦੇ ਵਿੱਚ ਵਹਿਆ ਜਾ ਰਿਹਾ, ਕੋਈ ਕਿਤੇ ਰੁਕਿਆ ਜੇ ਖਲੋਤਾ। ਜੀਲ ਤਰੰਗਨ ਕੇ ਬਹਿ ਗਏ। ਘੋੜਿਆਂ ਦੀਆਂ ਕਾਠੀਆਂ ਬਹਿ ਗਈਆਂ ਜਲ ਦੇ ਵਹਾਅ ਦੇ ਵਿੱਚ। ਖੜਕ ਸਿਪਰ ਨਾ ਦੇਖਤ ਪਏ। ਤੇ ਕਹਿੰਦੇ ਢਾਲ ਤਲਵਾਰ ਤੇ ਦਿਸਦੇ ਨਹੀਂ, ਸ਼ਾਸਤਰ ਤਾਂ ਦੇਖਣ 'ਚ ਹੀ ਨਹੀਂ ਆਉਂਦੇ, ਰੇਤ ਦੇ ਵਿੱਚ ਦਬ ਗਏ। ਸ਼ਸਤਰ ਬਸਤਰ ਕਿਸੇ ਕੀ ਸੁਧ ਨਾਹੀ। ਵੀ ਕਿਸੇ ਨੂੰ ਵੀ ਆਪਣੇ ਸ਼ਾਸਤਰਾਂ ਬਸਤਰਾਂ ਦੀ ਕੋਈ ਸੁੱਧ ਨਹੀਂ ਹੈ, ਖਬਰ ਨਹੀਂ ਹੈ। ਕੋ ਬਚੇ ਬਹੇ ਕੋ ਮਾਹੀ। ਵੀ ਕੋਈ ਕਹਿੰਦੇ ਭਾਈ ਬਹੁਤੇ ਬਹਿ ਗਏ ਤੇ ਬਹੁਤੇ ਵਿੱਚੋਂ ਕੁਝ ਕੁ ਬਚ ਗਏ। ਹਾਹਾਕਾਰ ਸਬਰ ਮਹਿ ਪਇਓ। ਇਸ ਪ੍ਰਕਾਰ ਦੀ ਆਏ ਕਹਿੰਦੇ ਤੁਰਕਾਂ ਦੀ ਜਿਹੜੀ ਫੌਜ ਸੀ ਨਾ, ਤੁਰਕਾਂ ਦਾ ਦਲ ਸੀ, ਰਾਜੇ ਰਾਮ ਸਿੰਘ ਨੇ ਆਇਆ ਤੇ ਉਹਨਾਂ ਦੇ ਵਿੱਚ ਬਹੁਤਾ ਰੌਲਾ ਜਿਹਾ ਪੈ ਗਿਆ। ਮਹਾ ਤਰਾਸ ਦਲ ਕੋ ਉਪਜਿਓ। ਸੋ ਆਏ ਸਾਰੇ ਪਾਸੇ ਕਹਿੰਦੇ ਹਾਹਾਕਾਰ ਜਿਹਾ ਮਚ ਗਿਆ। ਤੇ ਉਦੋਂ ਜਿਹੜੀ ਕਹਿੰਦੇ ਫੌਜ ਸੀ ਉਹਦੇ ਵਿੱਚ ਇੱਕ ਵਾਰ ਬਹੁਤਾ ਤਰਾਸ ਡਰ ਪੈਦਾ ਹੋ ਗਿਆ। ਸੁਨ ਭੈ ਕਰ ਰਾਜਾ ਉਠ ਆਇਓ। ਸੋ ਇਸ ਪ੍ਰਕਾਰ ਜਦੋਂ ਰਾਜੇ ਰਾਮ ਸਿੰਘ ਨੇ ਸਾਰੀ ਵਾਰਤਾ ਸੁਣੀ, ਉਹ ਵੀ ਉੱਠ ਕਰਕੇ ਭੱਜ ਕੇ ਆਇਆ। ਸ੍ਰੀ ਸਤਿਗੁਰ ਕੀ ਸ਼ਰਣੀ ਆਇਓ। ਭੱਜ ਕੇ ਸਤਿਗੁਰੂ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆ ਗਿਆ। ਰਾਹਤ ਰਹਾ ਕਰ ਕੈ ਪੁਤਲਾਇਬ। ਬਹੁਤਾ ਵਿਆਕੁਲ ਹੈ ਜੀ, ਕਹਿੰਦੇ ਰਾਜਾ ਤਰਾਹੀ ਤਰਾਹੀ ਕਰ ਰਿਹਾ। ਆਪੂ ਪ੍ਰਭ ਦਰ ਜਲਹਿ ਬਿਹਾਇਬ। ਸੋ ਉਸ ਸਮੇਂ ਹੱਥ ਜੋੜ ਕੇ ਬੇਨਤੀ ਕਰਦਾ ਸਤਿਗੁਰੂ ਮਹਾਰਾਜ ਕਿ ਪ੍ਰਭਤਾ ਦੇ ਮਾਲਕ ਸਤਿਗੁਰੂ ਜੀ ਮੇਰੀ ਫੌਜ ਰੱਖ ਲੈਣੀ ਕਰੋ। ਬਹੁਤੀ ਫੌਜ ਜਲ ਦੇ ਵਿੱਚ ਬਹਿ ਗਈ। ਸ੍ਰੀ ਗੁਰੂ ਕਹਿਓ ਪ੍ਰਥਮ ਸੁਧ ਕਰੀ। ਸਤਿਗੁਰੂ ਮਹਾਰਾਜ ਜੀ ਨੇ ਸ੍ਰੀ ਰਸਨਾ ਤੋਂ ਉਚਰਨਾ ਕੀਤਾ, ਕਹਿੰਦੇ ਰਾਜਨ ਅਸੀਂ ਤੈਨੂੰ ਪਹਿਲਾਂ ਖਬਰ ਦੇਣੀ ਕੀਤੀ ਜੋ ਸੈਨਾ ਨੀਚੇ ਥਲ ਪਰੀ। ਤੇ ਤੂੰ ਆਪਣੀ ਫੌਜ ਨੂੰ ਨੀਵੇਂ ਥਾਂ ਤੇ ਕਿਉਂ ਬਹਾਉਣਾ ਕੀਤਾ ਸੀ। ਖਬਰ ਦੇਣੀ ਕੀਤੀ ਸੀ ਵੀ ਸਾਰੀ ਫੌਜ ਨੂੰ ਉੱਚੇ ਥਾਂ ਤੇ ਲੈ ਜਾਣਾ ਕਰੋ। ਉੱਚੇ ਥਲ ਜਲ ਜਾਏ ਨਾ ਕੈਸੇ। ਗੁਰਦੇਵ ਜੀ ਕਹਿੰਦੇ ਵੀ ਉੱਚੀ ਥਾਂ ਤੇ ਜਲ ਨਹੀਂ ਜਾਂਦਾ। ਤਿਨ ਕੋ ਮੰਤਰ ਨਿਫਲ ਵੈ ਐਸੇ। ਉਹਨਾਂ ਦਾ ਜਿਹੜਾ ਮੰਤਰ ਸੀ ਉਹਨੇ ਇਸ ਤਰ੍ਹਾਂ ਹੀ ਨਿਫਲ ਹੋਣਾ ਸੀ ਵੀ ਫੌਜ ਉੱਚੀ ਥਾਂ ਤੇ ਜਾ ਕੇ ਬੈਠ ਜਾਂਦੀ। ਤੇ ਜਲ ਦਾ ਸੁਭਾਅ ਆ ਵੀ ਇਹ ਨੀਵੇਂ ਵੱਲ ਨੂੰ, ਨਿਮਾਣਤਾ ਵੱਲ ਨੂੰ ਬਹਿੰਦਾ, ਉੱਚੇ ਥਲ ਵੱਲ ਨੂੰ ਜਲ ਨਹੀਂ ਜਾਂਦਾ। ਬਿਨਾ ਉਲਟੈ ਨਤ ਹਟ ਰਹਿ ਬਹੇ ਸੋ ਬਹੇ ਅਬੈ ਨਾ ਬਹੈ। ਸੋ ਗੁਰਦੇਵ ਮਹਾਰਾਜ ਜੀ ਨੇ ਉਦੋਂ ਫਿਰ ਸ੍ਰੀ ਰਸਨਾ ਤੋਂ ਬਚਨ ਉਚਰਿਆ, ਕਹਿੰਦੇ ਵੀ ਅਬ ਨਹਿ ਉਲਟਾ, ਹੁਣ ਨਦੀ ਹੋਰ ਨਹੀਂ ਚੜ੍ਹੇਗੀ, ਹੋਰ ਉਹ ਛਾਲਾ ਨਹੀਂ ਮਾਰੇਗੀ।
ਸੋ ਇਸ ਪ੍ਰਕਾਰ ਹੁਣ ਰੁਕ ਗਿਆ ਹੈ ਬਰੇ ਸੁਬਹ ਅਬ ਨਹ ਬਹ। ਵੀ ਜਿਹੜੇ ਭਾਈ ਜਲ 'ਚ ਬਹਿ ਗਏ ਉਹ ਤੇ ਬਹਿ ਗਏ, ਹੁਣ ਉਹ ਤੇ ਨਹੀਂ ਵਾਪਸ ਆਉਣੇ। ਬਾਕੀ ਦੇ ਆ ਜਿਹੜੇ ਗੁਰਦੇਵ ਕਹਿੰਦੇ ਉਹ ਬਚ ਜਾਣਗੇ, ਉਹ ਨਹੀਂ ਬਹਿੰਦੇ। ਗੁਰ ਬਚਤੇ ਹਟ ਕੈ ਦਰਿਆਉ। ਐ ਸਤਿਗੁਰਾਂ ਨੇ ਜਦੋਂ ਸ੍ਰੀ ਰਸਨਾ ਤੋਂ ਬਾਰ ਰੂਪ ਬਚਨ ਰਾਜੇ ਨੂੰ ਆਖਿਆ, ਉਦੋਂ ਫਿਰ ਗੁਰੂ ਕੇ ਬਚਨਾ ਸਦਕਾ ਉਹ ਕਹਿੰਦੇ ਵੀ ਰੁਕ ਗਿਆ ਜਲ। ਫਿਰਿਓ ਜਾਏ ਨਿਜ ਸਹਿਜ ਸੁਭਾਉ। ਉਹ ਆਪਣੇ ਜੋ ਦਰਿਆ ਦਾ ਕਹਿੰਦੇ ਜਲ ਸੀ ਆਪਣੇ ਸਹਿਜ ਸੁਭਾਅ 'ਚ ਆ ਗਿਆ, ਟਿਕਾਓ 'ਚ ਆ ਗਿਆ, ਰੁਕ ਗਿਆ। ਨੀਠ ਨੀਠ ਹੋਏ ਪੁਨਸਾਰ ਸਭ ਉਮਰਾਵ ਮਹਾ ਡਰ ਤਾਰ। ਸੋ ਉਸ ਸਮੇਂ ਕਹਿੰਦੇ ਨੀਠ ਨੀਠ ਹੋਈ ਭੁਨਸਾਰ, ਇਹਨੇ ਨੂੰ ਕਹਿੰਦੇ ਵੀ ਹੌਲੀ ਹੌਲੀ ਜੇ ਕਹਿੰਦੇ ਅੰਮ੍ਰਿਤ ਵੇਲਾ ਹੋ ਗਿਆ ਤੇ ਜਿੰਨੇ ਉਮਰਾਵ ਆ ਸਾਰਿਆਂ ਨੇ ਡਰ ਧਾਰਿਆ ਹੋਇਆ। ਰਾਮ ਸਿੰਘ ਕੇ ਟਿਕ ਚਲ ਆਏ। ਸਾਰੇ ਇਕੱਠੇ ਹੋ ਕੇ ਰਾਜੇ ਰਾਮ ਸਿੰਘ ਪਾਸ ਚਲੇ ਆਏ। ਰਾਮ ਕੋ ਬਿਰਤਾਂਤ ਸੁਨਾਏ। ਉਹਨਾਂ ਆ ਕਰਕੇ ਰਾਤਰੀ ਦਾ ਬਿਰਤਾਂਤ ਸੁਣਾਇਆ ਰਾਜੇ ਤਾਈਂ। ਕਾਮਰੂ ਸਾਧੇ ਕੈਸੇ ਮੰਤਰ ਨਸ਼ਕਤ ਕਰਤੇ ਜੇ ਜਸ ਐਸੇ। ਸੋ ਉਹਨਾਂ ਬੇਨਤੀ ਕੀਤੀ, ਉਦੋਂ ਆਖਦੇ ਆ ਵੀ ਰਾਜੇ ਰਾਮ ਸਿੰਘ ਇਹ ਕਾਮਰੂ ਦੇਸ਼ ਨੂੰ ਆਪਾਂ ਕਿਵੇਂ ਸਾਧਾਂਗੇ, ਭਾਵ ਕਿਵੇਂ ਜਿੱਤਾਂਗੇ। ਇੱਥੋਂ ਦੇ ਜਿਹੜੇ ਲੋਕ ਆ ਵੀ ਉਹ ਤੇ ਬਹੁਤੀ ਮੰਤਰਾਂ ਦੀ ਸ਼ਕਤੀ ਰੱਖਦੇ ਆ। ਹਥਿਆਰਨ ਕੀ ਨਹੀਂ ਡਰਾਈ ਕਹਾਂ ਕਰੇ ਇਹ ਚਮਕ ਬੁਲਾਈ। ਸੋ ਆਖਦੇ ਆ ਵੀ ਇੱਥੇ ਹਥਿਆਰਾਂ ਦੀ ਤੇ ਲੜਾਈ ਨਹੀਂ ਹੈ, ਇੱਥੇ ਫੌਜ ਕੀ ਕਰੇਗੀ। ਨਿਰਭ ਲੈ ਕੇ ਉਮਰਾਵਨ ਸਾਥ ਆਇਓ ਜਹ ਬੈਠੇ ਗੁਰਨਾਥ। ਸੋ ਉਸ ਸਮੇਂ ਕਹਿੰਦੇ ਰਾਜਾ ਰਾਮ ਸਿੰਘ ਆਪਣੇ ਉਮਰਾਵਾਂ ਨੂੰ ਨਾਲ ਲੈ ਕੇ ਫਿਰ ਮਾਲਕ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆਇਆ। ਜਿੰਤਾ ਮਹਿਤ ਤੀਰ ਉਲਟਾਰੀ ਕਿਆ ਅਬ ਕਰਹਿ ਸਲਾਹ ਵਿਚਾਰੀ। ਸੋ ਉਸ ਸਮੇਂ ਕਹਿੰਦੇ ਜੋ ਉਮਰਾਵ ਹੈ ਇਹਨਾਂ ਦੇ ਮਸਤਕ ਦੇ ਉੱਪਰ ਬਹੁਤੀ ਚਿੰਤਾ ਹੈ। ਕਿਆ ਅਬ ਕਰਹਿ ਸਲਾਹ ਵਿਚਾਰੀ। ਸੋ ਆਪਸ ਦੇ ਵਿੱਚ ਇਹ ਸਲਾਹ ਕਰਦੇ ਆ ਵੀ ਹੁਣ ਕੀ ਕਰਨਾ ਕਰੀਏ। ਬੰਧਨ ਸਭ ਹੀ ਟਿਕ ਬੈਸੇ। ਸੋ ਸਤਿਗੁਰੂ ਮਹਾਰਾਜ ਜੀ ਦੇ ਪਾਸ ਆਏ, ਆ ਕਰਕੇ ਗੁਰਦੇਵ ਜੀ ਨੂੰ ਨਮਸਕਾਰ ਕਰਕੇ ਹਜੂਰ ਦੇ ਪਾਸ ਬੈਠ ਗਏ। ਸਤਿਗੁਰੂ ਮਹਾਰਾਜ ਜੀ ਨੂੰ ਹੱਥ ਜੋੜ ਕਰਕੇ ਨਾ ਰਾਤਰੀ ਦਾ ਸਾਰਾ ਬਿਰਤਾਂਤ ਆਖਣਾ ਕੀਤਾ। ਉਦੋਂ ਬੇਨਤੀ ਕਰਦੇ ਆ, ਇਹ ਸਤਿਗੁਰੂ ਮਹਾਰਾਜ ਕਿਰਪਾ ਕਰਕੇ ਬਚਨ ਪ੍ਰਕਾਸ਼ਿਤ ਕਰੋ ਵੀ ਇਹ ਜੋ ਜੰਗ ਅਸੀਂ ਕਿਵੇਂ ਜਿੱਤਾਂਗੇ। ਮਹਾਰਾਜ ਇਹਨਾਂ ਦੇ ਬਲ ਦੇ ਉੱਪਰ ਸਾਡਾ ਕੋਈ ਬਸ ਨਹੀਂ ਹੈ। ਫਿਰ ਉਸ ਸਮੇਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਰਸਨਾ ਤੋਂ ਆਖਣਾ ਕੀਤਾ। ਗੁਰਦੇਵ ਕਹਿੰਦੇ ਇਹ ਭਾਈ ਅਸੀਂ ਤੁਹਾਡਾ ਕਾਰਜ ਕਰਨਾ ਚਾਹੁੰਦੇ ਹਾਂ, ਅਸੀਂ ਚਾਹਨਾ ਕੀਤੀ ਹੈ ਤੁਹਾਡਾ ਕਾਰਜ ਕਰਨ ਦੀ। ਗੁਰਦੇਵ ਜੀ ਕਹਿੰਦੇ ਤੁਸੀਂ ਚਿੱਤ ਨੂੰ ਦ੍ਰਿੜ ਕਰਕੇ ਰੱਖੋ, ਹੋਰ ਜਿਹੜੀਆਂ ਵਾਧੂ ਵਿਚਾਰਾਂ ਰੂਪੀ ਗਿਣਤੀ ਆ ਉਹਨੂੰ ਤਿਆਗ ਦੇਣਾ ਕਰੋ। ਗੁਰਦੇਵ ਜੀ ਕਹਿੰਦੇ ਸਾਡੇ ਬਚਨਾਂ ਦੇ ਨਾਲ ਮਨ ਕਰਕੇ ਪ੍ਰੇਮ ਰੱਖਣਾ ਕਰੋ। ਗੁਰਦੇਵ ਜੀ ਕਹਿੰਦੇ ਤੁਸੀਂ ਮਨ ਚੋਂ ਸ਼ੰਕਾ ਤਿਆਗ ਦੇਣਾ ਕਰੋ ਤੇ ਸਾਡੇ ਆਖੇ ਬਚਨਾਂ ਤਾਈਂ ਮੰਨਣਾ ਕਰੋ। ਗੁਰਦੇਵ ਜੀ ਕਹਿੰਦੇ ਤੁਹਾਡਾ ਜਿਹੜਾ ਕਾਰਜ ਹੈ ਨਾ ਇਹ ਗੁਰੂ ਕਿਰਪਾ ਨਾਲ ਭਾਈ ਸਿੱਧ ਹੋ ਜਾਣਾ। ਤੁਸੀਂ ਸਾਰੇ ਮੇਰੇ ਭਰੋਸੇ ਤੇ ਇੱਥੇ ਚੱਲ ਕਰਕੇ ਆਏ ਹੋ। ਗੁਰਦੇਵ ਜੀ ਕਹਿੰਦੇ ਵੀ ਇਹ ਜੋ ਇਲਾਕਾ ਨਾ ਢਾਕੇ ਦਾ ਇਲਾਕਾ ਜਿਹੜਾ, ਤੇ ਇੱਥੇ ਬਹੁਤੇ ਮੰਤਰ ਜੰਤਰ ਇਤਿਆਦ ਲੋਕ ਜਾਣਦੇ ਹਨ। ਐਸੇ ਗੁਰਦੇਵ ਜੀ ਕਹਿੰਦੇ ਤੁਸੀਂ ਸਾਡੇ ਬਚਨ ਮੰਨਣੇ ਕਰੋ, ਤੁਹਾਡੇ ਕਿਸੇ ਵੀ ਕਾਰਜ ਦੇ ਵਿੱਚ ਕੋਈ ਵਿਘਨ ਨਹੀਂ ਆਵੇਗਾ, ਕੋਈ ਰੁਕਾਵਟ ਨਹੀਂ ਪੈਦਾ ਹੋਵੇਗੀ। ਤੇ ਜੋ ਇਹ ਕਾਮਰੂ ਦੇਸ਼ ਹੈ ਇਹਦੀ ਭਾਈ ਫਤਿਹ ਜਿੱਤ ਪ੍ਰਾਪਤ ਹੋਵੇਗੀ। ਇਸ ਪ੍ਰਕਾਰ ਸ੍ਰੀ ਰਸਨਾ ਤੋਂ ਬਚਨ ਉਚਰ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਰਾਜੇ ਰਾਮ ਸਿੰਘ ਦੇ ਸਮੇਤ ਸਾਰੇ ਉਮਰਾਵਾਂ ਨੂੰ ਧੀਰਜ ਦੇਣਾ ਕੀਤਾ। ਫਿਰ ਸਤਿਗੁਰਾਂ ਦੇ ਇਹਨਾਂ ਬਚਨਾਂ ਨੂੰ ਸੁਣ ਕਰਕੇ ਰਾਜੇ ਰਾਮ ਸਿੰਘ ਨੇ ਉਤਸ਼ਾਹ ਕੀਤਾ, ਚਾਉ ਧਾਰਿਆ। ਸੁਨ ਸਤਿਗੁਰ ਕੋ ਬਚਨ ਕੇ ਧਰੀ ਤੀਰ ਮਹਿਪਾਲ ਹਾਥ ਜੋਰ ਮਨ ਦੀਨ ਹਵੈ ਕੀਰਤ ਕਰਤ ਰਸਾਲ। ਸੋ ਇਸ ਪ੍ਰਕਾਰ ਕਵਜੀ ਕਥਨ ਕਰਦੇ ਆ ਵੀ ਸਤਿਗੁਰੂ ਮਹਾਰਾਜ ਜੀ ਦੇ ਬਚਨਾਂ ਨੂੰ ਸੁਣ ਕਰਕੇ ਇਹ ਮਹੀਪਾਲ ਜੋ ਰਾਜਾ ਰਾਮ ਸਿੰਘ ਆ ਨਾ ਉਹਨੇ ਧੀਰਜ ਧਾਰਨਾ ਕੀਤਾ। ਹਾਥ ਜੋਰ ਮਨ ਦੀਨ ਹਵੈ
ਕੀਰਤ ਕਰਤ ਬਿਰਸਾਲ। ਜੀ ਉਸ ਸਮੇਂ ਕਹਿੰਦੇ ਰਾਜਾ ਰਾਮ ਸਿੰਘ ਹੱਥ ਜੋੜ ਕਰਕੇ ਬਹੁਤੀ ਨਿਮਾਣਤਾ ਨੂੰ ਧਾਰ ਕਰਕੇ ਸਤਿਗੁਰਾਂ ਦੀ ਕੀਰਤੀ ਉਚਰਦਾ ਹੈ। ਹੋ ਪਈ ਹੇ ਪ੍ਰਭ ਅਸ ਕਾਰਜ ਨਹਿ ਕੋਈ। ਸਤਿਗੁਰਾਂ ਤਾਈਂ ਆਖਦਾ ਹੈ ਪ੍ਰਭਤਾ ਦੇ ਮਾਲਕ ਸਤਿਗੁਰੂ ਜੀ, ਸੰਸਾਰ ਦੇ ਵਿੱਚ ਐਸਾ ਕੋਈ ਵੀ ਕਾਰਜ ਨਹੀਂ ਹੈ ਰਾਵਰੇ ਸ਼ਰਨ ਪਰੇ ਨਹਿ ਹੋਈ। ਜਿਹੜਾ ਹਜੂਰ ਦੀ ਸ਼ਰਨ ਦੇ ਵਿੱਚ ਪੈਣ ਕਰਕੇ ਨਾ ਹੋਵੇ। ਲੋਕੋ ਪ੍ਰਾਨ ਦਾਨ ਤੁਮ ਦੇਹੋ। ਹੇ ਮਹਾਰਾਜ, ਆਪ ਜੀ ਕਿਰਪਾ ਕਰਕੇ ਆਪਣੇ ਸੇਵਕ ਨੂੰ ਪ੍ਰਾਣਾਂ ਦਾ ਦਾਨ ਬਖਸ਼ਣਾ ਕਰੋ, ਜੀਵਨ ਦਾਨ ਦੇਣਾ ਕਰੋ। ਦੇਸ਼ ਕਾਮਰੂ ਸਰ ਕਰ ਲੈਹੋ। ਮਹਾਰਾਜ ਕਿਰਪਾ ਕਰੋ, ਇਹ ਜੋ ਕਾਮਰੂ ਦੇਸ਼ ਹੈ ਮੈਂ ਇਹਨੂੰ ਸਰ ਕਰ ਲੈਣਾ ਕਰਾਂ, ਜਿੱਤ ਲੈਣਾ ਕਰਾਂ। ਨਾਹੀਂ ਤਾਂ ਮੇਰੋ ਹੋਤ ਬਿਨਾਛਾ। ਹੇ ਮਹਾਰਾਜ, ਨਹੀਂ ਮੇਰਾ ਵਿਨਾਸ਼ ਹੋ ਜਾਵੇਗਾ। ਨਹਿ ਮੈਂ ਜੀਵਨ ਕੀ ਕਰ ਆਸਾ। ਹੇ ਮਹਾਰਾਜ, ਆਪ ਜੀ ਦੀ ਸ਼ਰਨ ਤੋਂ ਬਿਨਾਂ ਮੈਂ ਜੀਵਨ ਦੀ ਆਸ ਨਹੀਂ ਕਰਦਾ। ਮਨ ਬਹੁਤਨ ਤੇ ਸੋ ਜਸ ਮਹਾਨਾ। ਮਹਾਰਾਜ ਬਹੁਤਿਆਂ ਪਾਸੋਂ ਹਜੂਰ ਦਾ ਜਸ ਸੁਣ ਕਰਕੇ ਸਰਨ ਪਰਿਓ ਤਜ ਕਰ ਮਨ ਮਾਨਾ। ਮਹਾਰਾਜ ਮੈਂ ਆਪਣੇ ਮਨ ਦੀ ਜਿਹੜੀ ਮਨ ਮਾਨੀਆਂ ਨੂੰ ਛੱਡ ਕਰਕੇ ਤੇ ਆਪ ਹਜੂਰ ਦੀ ਸ਼ਰਨ ਦੇ ਵਿੱਚ ਪੈ ਗਿਆ ਆ ਕਰਕੇ। ਇਸ ਦਿਨ ਤੇ ਪਾਛੇ ਬੜ ਛੋਟੇ ਮਾਨੇ ਗੁਰ ਬਚ ਕਬੂ ਨਾ ਹੋਟੇ। ਸੋ ਆਖਦਾ ਹੈ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ, ਜਦੋਂ ਤੋਂ ਮੈਨੂੰ ਆਪ ਜੀ ਦਾ ਪਤਾ ਲੱਗਿਆ ਉਸ ਦਿਨ ਤੋਂ ਮਹਾਰਾਜ ਮੈਂ ਬਾਕੀ ਸਾਰੇ ਪੱਖ ਛੱਡ ਦੇਣੇ ਕੀਤੇ ਤੇ ਆਪ ਜੀ ਦੇ ਬਚਨਾਂ ਨੂੰ ਮੰਨ ਲੈਣਾ ਕੀਤਾ। ਦੋਨੋਂ ਕੂਲਨ ਪਰ ਦਵੈ ਡੇਰੇ ਪਰੇ ਰਹਿ ਪੁਨ ਕਾਲ ਬਟੇਰੇ। ਸੋ ਉਸ ਸਮੇਂ ਜੀ ਕਹਿੰਦੇ ਵੀ ਜਦੋਂ ਇਹ ਪ੍ਰਸੰਗ ਹੋ ਗਿਆ ਨਾ ਵੀ ਆਏ, ਜਦੋਂ ਤੁਰਕਾਂ ਦੀ ਅੱਧੀ ਕੁ ਫੌਜ ਉਹ ਜਲ ਦੇ ਵਿੱਚ ਬਹਿ ਜਾਣ ਵਾਲਾ ਜਦੋਂ ਸਾਰਾ ਵਰਤਾਰਾ ਵਰਤਿਆ, ਫਿਰ ਉਸ ਤੋਂ ਬਾਅਦ ਕਹਿੰਦੇ ਜਿੰਨੇ ਵੀ ਵੱਡੇ ਛੋਟੇ ਸੀ ਨਾ ਉਹਨਾਂ ਸਾਰਿਆਂ ਸਤਿਗੁਰਾਂ ਦੇ ਬਚਨ ਮੰਨਣੇ ਕੀਤੇ। ਕੋਈ ਵੀ ਸਤਿਗੁਰਾਂ ਦੇ ਬਚਨਾਂ ਦੀ ਨਿਖੇਧੀ ਨਹੀਂ ਕਰਦਾ। ਦੋਨੋਂ ਕੂਲਨ ਪਰ ਦਵੈ ਡੇਰੇ। ਜੀ ਦੋਨਾਂ ਨਦੀ ਦੇ ਕਿਨਾਰਿਆਂ ਦੇ ਉੱਪਰ ਕਹਿੰਦੇ ਵੀ ਫੌਜਾਂ ਨੇ ਡੇਰੇ ਪਾਏ ਹੋਏ ਆ। ਇੱਕ ਪਾਸੇ ਰਾਜਾ ਰਾਮ ਸਿੰਘ ਫੌਜ ਦੇ ਸਮੇਤ ਬੈਠਾ, ਇੱਕ ਪਾਸੇ ਨਦੀ ਦੇ ਕਿਨਾਰੇ ਤੇ ਕਾਮਰੂ ਦਾ ਰਾਜਾ ਬੈਠਾ। ਪਰੇ ਰਹਿ ਪੁਨ ਕਾਲ ਬਟੇਰੇ ਮੰਤਰ ਜੰਤਰ ਪ੍ਰੇਤਨ ਕੇ ਕਰੈ। ਸੋ ਪਰੇ ਰਹਿ ਪੁਨ ਕਾਲ ਵਡੇਰੇ। ਸੋ ਇਸ ਪ੍ਰਕਾਰ ਕਹਿੰਦੇ ਡੇਰਾ ਵੀ ਕੁਝ ਸਮਾਂ ਇਸੇ ਤਰ੍ਹਾਂ ਹੀ ਰਿਹਾ। ਕਹਿੰਦੇ ਮੰਤਰ ਜੰਤਰ ਪ੍ਰੇਤਨ ਕਹਿ ਕਰੈ। ਜਿਹੜਾ ਕਾਮਰੂ ਦਾ ਰਾਜਾ ਉਹ ਆਪਣੇ ਮੰਤਰ ਜੰਤਰ ਇਤਿਆਦਿਕ ਵਿਦਿਆ ਜਿਹੜੀ ਉਹਦਾ ਪ੍ਰਯੋਗ ਕਰਦਾ। ਪਰ ਅਨੇਕ ਭਾਂਤ ਕੇ ਰਹਿ। ਹੋਰ ਅਨੇਕਾਂ ਪ੍ਰਕਾਰ ਕਰਕੇ ਉਹ ਜੋ ਵੀ ਕਹਿੰਦੇ ਜਾਣਦਾ ਨਾ ਵਿਦਿਆ ਆਪਣੀ ਉਹਦਾ ਪ੍ਰਯੋਗ ਕਰਦਾ ਹੈ। ਰਾਮ ਸਿੰਘ ਕੇ ਮਾਰਨ ਕਾਰਨ। ਰਾਜੇ ਰਾਮ ਸਿੰਘ ਦੇ ਤਾਈ ਮਾਰਨ ਵਾਸਤੇ ਪ੍ਰਕਾਰਨ ਕੇ ਉਪਚਾਰ। ਜੀ ਇਹ ਕਹਿੰਦੇ ਕਾਮਰੂ ਦਾ ਰਾਜਾ ਬੜੇ ਉਪਚਾਰ ਯਤਨ ਕਰ ਰਿਹਾ ਹੈ। ਉਹ ਭੂਪਤ ਕੇ ਨਿਕਟ ਪਠਾਵੇ। ਸੋ ਕਹਿੰਦੇ ਵੀ ਉਹਨੇ ਆਪਣੀਆਂ ਜਿੰਨੀਆਂ ਕਹਿੰਦੇ ਵੀ ਇਹ ਸ਼ਕਤੀਆਂ ਬਹੁਤੀਆਂ ਰਾਜੇ ਰਾਮ ਸਿੰਘ ਤੇ ਚਲਾਉਣੀਆਂ ਕੀਤੀਆਂ, ਭੇਜਣੀਆਂ ਕੀਤੀਆਂ। ਸਤਿਗੁਰ ਦੇ ਕਰ ਹਾਥ ਬਚਾਵੇ। ਤੇ ਗਰੀਬ ਨਵਾਜ ਨੌਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਉਸ ਸਮੇਂ ਕਹਿੰਦੇ ਹੱਥ ਦੇ ਕੇ ਰਾਜੇ ਦੀ ਰੱਖਿਆ ਕਰਦੇ ਆ। ਜੰਤਰ ਮੰਤਰ ਕੋ ਨਹਿ ਬਲ ਚਲੈ। ਉੱਥੇ ਕਹਿੰਦੇ ਕਾਮਰੂ ਦੇਸ਼ ਦੇ ਰਾਜੇ ਦਾ ਜੰਤਰਾਂ ਮੰਤਰਾਂ ਦਾ ਬਲ ਨਹੀਂ ਚੱਲਦਾ। ਅਜਮਤ ਯਤਨ ਕੋ ਗਿਲੇ ਮਹਾਪ੍ਰਬਲ ਜੋ ਫਿਰੈ ਨਾ ਫੇਰੇ। ਸੋ ਇਸ ਪ੍ਰਕਾਰ ਕਹਿੰਦੇ ਜੋ ਅਜਮਤ ਵੰਤਨ ਕੋ ਗਿਲੇ ਮਹਾਪ੍ਰਬਲ ਜੋ ਬਲ ਫਿਰਹਿ ਨਾ ਫੇਰੇ। ਸੋ ਇਸ ਪ੍ਰਕਾਰ ਕਵਜੀ ਕਥਾ ਕਰਦੇ ਆ। ਕਹਿੰਦੇ ਵੀ ਇਹ ਜੋ ਰਾਜੇ ਦੇ ਜਿਹੜੀ ਸ਼ਕਤੀ ਆ ਨਾ ਉਹ ਕਹਿੰਦੇ ਐਸੀ ਆ, ਉਹ ਐਸੀ ਸ਼ਕਤੀ ਦਾ ਰੱਖਣ ਵਾਲਾ, ਅਜਮਤ ਦਾ ਰੱਖਣ ਵਾਲਾ ਕਹਿੰਦੇ ਰਾਜਾ ਜੋ ਅਜਮਤ ਵੰਤਨ ਕੋ ਗਿਲੇ, ਜੋ ਵੱਡੇ ਵੱਡੇ ਅਜਮਤਵੰਤ ਹੈ, ਕਲਾਧਾਰੀ ਹੈ, ਸ਼ਕਤੀਆਂ ਵਾਲੇ ਆ, ਉਹਨਾਂ ਨੂੰ ਵੀ ਖਾ ਜਾਣਾ ਕਰੇ। ਮਹਾਪ੍ਰਬਲ ਜੋ ਫਿਰਹਿ ਨਾ ਫੇਰੇ। ਸੋ ਇਹ ਜੋ ਕਹਿੰਦੇ ਰਾਜ ਕਾਮਰੂ ਦੇ ਰਾਜੇ ਦੀ ਜਿਹੜੀ ਸ਼ਕਤੀ ਆ ਉਹ ਬਹੁਤੀ ਪ੍ਰਬਲ ਬਲਸ਼ਾਲੀ ਹੈ, ਜਿਹਨੂੰ ਕਹਿੰਦੇ ਫੇਰਿਆ ਨਹੀਂ ਜਾ ਸਕਦਾ, ਰੋਕਿਆ ਨਹੀਂ ਜਾ ਸਕਦਾ, ਰੋਕੇ ਤੋਂ ਵੀ। ਜਿਸ ਤੇ ਨਾਸੇ ਬਲੀ ਵਡੇਰੇ। ਜਿਸ ਸ਼ਕਤੀ ਕਰਕੇ ਵੱਡੇ ਵੱਡੇ ਬਲੀ ਨਾਸ ਹੋ ਗਏ, ਮਾਨ ਸਿੰਘ ਰਾਜੇ ਵਰਗੇ। ਤੇ ਆਦਰੂ ਵਿਆਦ ਉਪਾਦਾ। ਸੋ ਕਰਤੇ ਆਦਰੋ ਵਿਆਦ ਉਪਾਦਾ, ਕਹਿੰਦੇ ਜਿਹਦੇ ਕਰਕੇ ਆਦੀ ਵਿਆਦੀ ਉਪਾਦੀ ਇਤਿਆਦ ਤਿੰਨੇ ਤਾਪ ਪੈਦਾ ਹੋ ਜਾਂਦੇ ਆ। ਬੈਠ ਦਿਨ ਕੀ ਟਿਕ ਸਾਦਾ। ਇਸ ਪ੍ਰਕਾਰ ਕਈ ਦਿਨ ਬੈਠ ਕਰਕੇ
ਇਹ ਰਾਜਾ ਜੋ ਕਾਮਰੂ ਦਾ ਕਹਿੰਦੇ ਉਹ ਸਾਧਨਾ ਕਰਦਾ, ਮੰਤਰ ਸਾਧਨਾ ਕਰਦਾ। ਇੱਕ ਕੋ ਰੂਮ ਨਾ ਬਾਪੂ ਹੋਵਾ, ਉਹ ਕਈ ਦਿਨ ਯਤਨ ਕੀਤਾ, ਬੜੀਆਂ ਸਾਧਨਾਵਾਂ ਕੀਤੀਆਂ। ਕਾਮਰੂ ਦੇ ਰਾਜੇ ਨੇ ਮੰਤਰ ਸਾਧਨੇ ਕੀਤੇ, ਬੜੀਆਂ ਸ਼ਕਤੀਆਂ ਚਲਾਈਆਂ, ਪਰ ਇਧਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਰਾਜੇ ਰਾਮ ਸਿੰਘ ਦਾ ਕਹਿੰਦੇ ਬਾਲ ਵੀ ਵਿੰਗਾ ਨਾ ਹੋਇਆ। ਕਿਸੂ ਮੰਤਰ ਕੋ ਸੀਕ ਨਾ ਜੋਵਾ, ਕਿਸੇ ਮੰਤਰ ਦਾ ਆ ਕੇ ਸੇਕ ਨਹੀਂ ਲੱਗਿਆ, ਤੱਤੀ ਵਾਹ ਤੱਕ ਨਹੀਂ ਲੱਗੀ। ਸਤਿਗੁਰਾਂ ਦੇ ਬਚਨ ਆ ਵੀ ਤਾਤੀ ਵਾਹ ਨਾ ਲੱਗਈ। ਪਾਰ ਬ੍ਰਹਮ ਸਰਣਾਈ ਚੋ ਗਿਰਦ ਹਮਾਰੇ ਰਾਮ ਕਾਰ, ਦੁੱਖ ਲੱਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ। ਰਾਜੇ ਰਾਮ ਸਿੰਘ ਤਾਂ ਹੀ ਪੂਰੇ ਸਤਿਗੁਰੂ ਦਾ ਮਿਲਾਪ ਹੋਇਆ, ਤੇ ਪੂਰੇ ਸਤਿਗੁਰਾਂ ਦੀ ਕਿਰਪਾ ਸਦਕਾ ਰਾਜੇ ਰਾਮ ਸਿੰਘ ਨੂੰ ਤੱਤੀ ਬਾਹ ਨਹੀਂ ਲੱਗ ਰਹੀ। ਇੱਕ ਮੰਤਰ ਨਰ ਬਾਵਰ ਕਰੈ, ਤਿਨ ਆਦਿਕ ਸੁਧ ਸਗਰੀ ਹਰੈ। ਸੋ ਇਸ ਪ੍ਰਕਾਰ ਕਹਿੰਦੇ ਵੀ ਉਸ ਸਮੇਂ ਕਿਤਕ ਮੰਤਰ ਨਰ ਬਾਬਰ ਕਰੈ। ਉਹ ਜਿਹੜੇ ਕਮਲੇ ਕਹਿੰਦੇ ਨਰ ਉੱਥੋਂ ਦੇ ਲੋਕ ਆ ਕਾਮਰੂ ਦੇ, ਉਹਨਾਂ ਬੜੇ ਮੰਤਰ ਪੜ੍ਹਨੇ ਕੀਤੇ। ਆਦਿਕ ਸੁਧ ਸਗਰੀ ਹਰੈ, ਸੋ ਕਹਿੰਦੇ ਇਸ ਪ੍ਰਕਾਰ ਉਹਨਾਂ ਦੇ ਜਿਹੜੇ ਮੰਤਰ ਹੈ ਨਾ, ਉਹਨਾਂ ਦੀ ਐਸੀ ਸਮਰੱਥਾ ਵੀ ਉਹ ਬਹੁਤੇ ਲੋਕਾਂ ਨੂੰ ਬਾਬਰੇ ਕਮਲੇ ਕਰ ਦਿੰਦੇ ਆ। ਕੋ ਸਥਾਮ ਕੋ ਦੇਹ ਧਰੰਤੇ, ਉਹ ਕਿ ਤਨ ਆਦਿਕ ਸੁਧ ਸਗਰੀ ਹਰੈ। ਉਹਨਾਂ ਦੇ ਮੰਤਰਾਂ ਦੀ ਐਸੀ ਸਮਰੱਥਾ, ਉਹ ਜਿਹਦੇ ਉੱਪਰ ਆਪਣੀ ਸ਼ਕਤੀ ਦਾ ਪ੍ਰਯੋਗ ਕਰਦੇ ਆ ਨਾ, ਵਰਤਦੇ ਆ, ਫਿਰ ਉਹ ਆਪਣੇ ਸਰੀਰ ਦੀ ਸੁੱਧ ਬੁੱਧ ਭੁੱਲ ਜਾਂਦਾ। ਜਿੱਦਾਂ ਰਾਜਾ ਮਾਨ ਸਿੰਘ ਭੁੱਲ ਗਿਆ ਸੀ। ਕਿਤਕ ਅੰਗ ਕੋ ਜਦਾ ਕਰੰਤੇ, ਕਿਸੇ ਦੇ ਕਹਿੰਦੇ ਸਰੀਰ ਦੇ ਅੰਗ ਕੱਟੇ ਜਾਂਦੇ ਆ। ਕੋ ਸਥਾਮ ਕੋ ਦੇਹ ਧਰੰਤੇ, ਸੋ ਕਹਿੰਦੇ ਕਿਸੇ ਦੀ ਜਿਹੜੀ ਦੇਹ ਸਰੀਰ ਹੈ ਨਾ, ਉਹ ਕਹਿੰਦੇ ਵੀ ਥੰਮੇ ਵਾਂਗੂ ਜੜ ਹੋ ਜਾਂਦੀ ਹੈ। ਕਿਤਕ ਤਨ ਕੋ ਦੇ ਪਲਟਾਈ, ਤੇ ਕਿਸੇ ਦਾ ਜਿਹੜਾ ਤਾਨਾ ਕਹਿੰਦੇ ਸਰੀਰ ਹੈ, ਉਹਨੂੰ ਕਹਿੰਦੇ ਪਲਟਾ ਦਿੰਦੇ ਆ ਚੁੱਕ ਕਰਕੇ। ਮਨੁੱਖ ਦੇ ਕੁਛ ਔਰ ਬਣਾਈ, ਕਿਸੇ ਨੂੰ ਮਨੁੱਖ ਤੋਂ ਕੋਈ ਹੋਰ ਪਸ਼ੂ ਪੰਛੀ ਬਣਾ ਦਿੰਦੇ ਆ। ਕਿਤਕ ਜੀਵਾ ਠਾਕਤ ਐਸੇ, ਕਿਸੇ ਦੀ ਕਹਿੰਦੇ ਕਿਸੇ ਦੀ ਜ਼ਬਾਨ ਰੋਕ ਦਿੰਦੇ ਆ, ਨਾਗ ਨਾ ਉਚਰਿਓ ਜਾਵੇ ਕੈਸੇ। ਜ਼ਬਾਨ ਹੀ ਰੋਕ ਦਿੰਦੇ ਆ, ਬੋਲਣਾ ਬੰਦ ਕਰ ਦਿੰਦੇ ਆ, ਉਹ ਤੋਂ ਕੁਝ ਬੋਲਿਆ ਹੀ ਨਹੀਂ ਜਾਂਦਾ। ਕਿਤਕ ਬਲ ਹਰਤਾ ਸਭ ਕੇਰਾ, ਤੇ ਕੁਝ ਕੁ